ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਪਿਆਰ ਵਿੱਚ ਇਸਤਰੀ ਪੁਰਸ਼ ਇੱਕ ਦੂਜੇ ਨੂੰ ਪ੍ਰਾਪਤ ਕਰਨ ਲਈ ਸਿਧਾਂਤ ਅਤੇ ਵਿਚਾਰ ਹੀ ਨਹੀਂ, ਆਪਣਾ ਧਰਮ ਵੀ ਤਿਆਗ ਦਿੰਦੇ ਹਨ। ਇੰਗਲੈਂਡ ਦੇ ਬਾਦਸ਼ਾਹ ਨੇ ਤਾਂ ਤਖਤ ਵੀ ਤਿਆਗ ਦਿੱਤਾ ਸੀ। ਭਾਵੇਂ ਦੇਸ਼ ਗੁਲਾਮ ਹੀ ਹੋਵੇ, ਆਪਣਾ ਦੇਸ਼ ਹੀ ਚੰਗਾ ਲੱਗਦਾ ਹੈ। ਬੱਚਿਆਂ ਦੀ ਹਰੇਕ ਲੋੜ ਅਤੇ ਇੱਛਾ ਪੂਰੀ ਕਰਨ ਵਾਲੇ ਮਾਪੇ ਬੱਚਿਆਂ ਨੂੰ ਕਮਜ਼ੋਰ ਕਰ ਦਿੰਦੇ ਹਨ, ਜਿਸ ਕਾਰਨ ਬੱਚਿਆਂ ਦਾ ਬਚਪਨ ਲਮਕ ਜਾਂਦਾ ਹੈ ਅਤੇ ਉਹਨਾਂ ਦੇ ਜੀਵਨ ਦਾ ਘੇਰਾ ਸੁੰਗੜ ਜਾਂਦਾ ਹੈ। ਜੋ ਪੜ੍ਹੀ ਜਾਂਦੀ ਹੈ ਉਹ ਕਿਤਾਬ ਹੁੰਦੀ ਹੈ, ਬਾਕੀ ਸਭ ਰੱਦੀ ਹੁੰਦੀ ਹੈ। ਵਿਦੇਸ਼ ਯਾਤਰਾ ਇਸ ਲਈ ਦਿਲਚਸਪ ਹੁੰਦੀ ਹੈ ਕਿ ਪਤਾ ਨਹੀਂ ਹੁੰਦਾ ਕਿ ਵਿਦੇਸ਼ ਵਿੱਚ ਕੀ ਵਾਪਰੇਗਾ। ਕੁਝ ਵੀ ਵਾਪਰ ਸਕਦਾ ਹੈ ਅਤੇ ਬੜਾ ਕੁਝ ਅਣਕਿਆਸਿਆ ਵਾਪਰਦਾ ਵੀ ਹੈ। ਪਿਆਰ ਪੱਖੋਂ ਜਾਸੂਸ ਭਰੋਸੇਮੰਦ ਨਹੀਂ ਹੁੰਦੇ, ਪੁਲਿਸ ਵਾਲੇ ਸੁਹਿਰਦ ਨਹੀਂ ਹੁੰਦੇ। ਸਧਾਰਨ ਪਰਿਵਾਰ ਵਿੱਚੋਂ ਆਈ ਪਤਨੀ ਵਧੇਰੇ ਸੁਖਦਾਈ ਹੁੰਦੀ ਹੈ। ਇਸ ਦੀਆਂ ਇੱਛਾਵਾਂ ਮਹਿੰਗੀਆਂ ਨਹੀਂ ਹੁੰਦੀਆਂ, ਇਹ ਫੜਾਂ ਨਹੀਂ ਮਾਰਦੀ। ਜੋ ਤੁਸੀਂ ਪੜ੍ਹੋਗੇ ਉਹ ਤੁਹਾਨੂੰ ਆਪਣੇ ਰੰਗ ਵਿੱਚ ਢਾਲੇਗਾ। ਸੁਖਾਵੇਂ ਢੰਗ ਨਾਲ ਮਿਲਣਾ ਅਤੇ ਵਿਛੜਨਾ ਵੀ ਕਲਾ ਹੁੰਦੀ ਹੈ। ਕਤਲ ਇਸ ਲਈ ਸਭ ਤੋਂ ਵੱਡਾ ਜੁਰਮ ਹੁੰਦਾ ਹੈ ਕਿਉਂਕਿ ਇਹ ਸਮਾਜਿਕ ਬਣਤਰ ਅਤੇ ਮਨੁੱਖ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਸੱਟ ਮਾਰਦਾ ਹੈ। ਹਰੇਕ ਸਿਰਜਣ ਪ੍ਰਕਿਰਿਆ ਸਿਰਜਕ ਦੀਆਂ ਅੰਤਰੀਵ ਉਲਝਣਾਂ ਨੂੰ ਸ਼ਾਂਤ ਕਰਨ ਦਾ ਕਾਰਜ ਕਰਦੀ ਹੈ। ਬਜ਼ੁਰਗ ਲੇਟਦੇ ਵਧੇਰੇ ਹਨ ਪਰ ਸੌਂਦੇ ਘੱਟ ਹਨ। ਪਹਿਲਾਂ ਲੋਕ ਜਦੋਂ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਸਨ ਤਾਂ ਕਈ ਦਿਨ ਉੱਥੇ ਇਸ ਲਈ ਰਹਿੰਦੇ ਸਨ ਕਿਉਂਕਿ ਉਹ ਪਹੁੰਚਦੇ ਹੀ ਬੜੀ ਮੁਸ਼ਕਿਲ ਨਾਲ ਸਨ। ਹੁਣ ਝੱਟ ਪਹੁੰਚ ਜਾਂਦੇ ਹਨ ਅਤੇ ਕੁਝ ਘੰਟੇ ਰਹਿ ਕੇ ਮੁੜ ਆਉਂਦੇ ਹਨ। ਫਿਲੋਸਫਰਾਂ ਦੀ ਸ਼ਬਦਾਵਲੀ ਵਿੱਚ ਪਿਆਰ ਸ਼ਬਦ ਨਹੀਂ ਮਿਲਦਾ। ਇਸਤਰੀ ਜਾਣਦੀ ਹੈ ਕਿ ਸਦੀਆਂ ਤੋਂ ਉਸ ਨਾਲ ਠੀਕ ਵਿਹਾਰ ਨਹੀਂ ਹੋਇਆ। ਜਾਣਿਆ ਨਹੀਂ ਜਾ ਸਕਦਾ ਕਿ ਕੋਈ ਵੱਡਾ ਫੈਸਲਾ ਕਿਤਨਾ ਸੁਚੇਤ ਅਤੇ ਕਿਤਨਾ ਅਚੇਤ ਅਤੇ ਕਿਤਨਾ ਭਾਵਕ ਪੱਧਰ 'ਤੇ ਲਿਆ ਗਿਆ ਹੁੰਦਾ ਹੈ। ਬੱਚਿਆਂ ਦੀਆਂ ਕਹਾਣੀਆਂ ਵਿੱਚ ਹੁਣ ਲੜਕਿਆਂ ਵਾਂਗ ਹੀ ਲੜਕੀਆਂ ਨੂੰ ਕੇਂਦਰੀ ਪਾਤਰਾਂ ਵਜੋਂ ਦਰਸਾਉਣ ਦੀ ਲੋੜ ਹੈ। ਕਈਆਂ ਦੇ ਅਸੂਲ ਅਤੇ ਉਹਨਾਂ ਦਾ ਵਿਹਾਰ ਇੱਕ ਦੂਜੇ ਦੇ ਮੇਚ ਨਹੀਂ ਆਉਂਦੇ। ਮੈਨੂੰ ਉਹ ਪਸੰਦ ਨਹੀਂ, ਮੈਂ ਉਸ ਨਾਲ ਵਿਆਹ ਨਹੀਂ ਕਰਾਉਣਾ ਆਦਿ ਕਹਿਣ ਦਾ ਇਸਤਰੀ ਨੂੰ ਅਧਿਕਾਰ ਕੁਝ ਦਹਾਕੇ ਪਹਿਲਾਂ ਹੀ ਮਿਲਿਆ ਹੈ। ਕਿਸੇ ਦੇ ਮਰਨ ਉਪਰੰਤ ਕਰਮਕਾਂਡ ਸਾਡੀ ਤਸੱਲੀ ਲਈ ਹੁੰਦਾ ਹੈ। ਮਰਨ ਵਾਲੇ ਨਾਲ ਕਰਮਕਾਂਡ ਦਾ ਕੋਈ ਸੰਬੰਧ ਨਹੀਂ ਹੁੰਦਾ। ਬੁਢਾਪੇ ਵਿੱਚ ਮਨੁੱਖ ਸੰਸਾਰ ਨੂੰ ਥੱਕੀਆਂ ਹੋਈਆਂ ਅੱਖਾਂ ਨਾਲ ਵੇਖਦਾ ਹੈ, ਜਿਸ ਕਾਰਨ ਉਸ ਨੂੰ ਸੰਸਾਰ ਪੁਰਾਣਾ ਅਤੇ ਘਸਮੈਲਾ ਪ੍ਰਤੀਤ ਹੁੰਦਾ ਹੈ। ਉਹ ਮੈਨੂੰ ਪਿਆਰ ਕਰਦੀ ਹੈ, ਮੇਰਾ ਬੇਟਾ ਬੜਾ ਲਾਇਕ ਹੈ, ਮੇਰਾ ਪਤੀ ਬਹੁਤ ਚੰਗਾ ਹੈ, ਮੇਰੀ ਪਤਨੀ ਬੜੀ ਭੋਲੀ ਹੈ, ਮੇਰਾ ਵਿਆਹ ਬੜਾ ਸਫਲ ਹੈ। ਇਹ ਸਭ ਝੂਠੀਆਂ ਪਰ ਜ਼ਰੂਰੀ ਤਸੱਲੀਆਂ ਹਨ। ਜਿਹੜਾ ਚੁੱਪ ਨਹੀਂ ਰਹਿ ਸਕਦਾ ਉਹ ਵੱਡੇ ਅਹੁਦਿਆਂ ਦੇ ਯੋਗ ਨਹੀਂ ਹੁੰਦਾ। ਹਰੇਕ ਵਿਅਕਤੀ ਆਪਣੀ ਸਮਝ, ਹਾਲਾਤ ਅਤੇ ਮਜਬੂਰੀਆਂ ਦੇ ਆਧਾਰ 'ਤੇ ਨਿਰਣੇ ਕਰਦਾ ਹੈ। ਇਵੇਂ ਹਰ ਕੋਈ ਸਹੀ ਹੁੰਦਾ ਹੈ ਕਿਉਂਕਿ ਹਰ ਕਿਸੇ ਕੋਲ ਆਪਣਾ ਵੱਖਰਾ ਤਰਕ ਹੁੰਦਾ ਹੈ। ਇਹ ਭੁਲੇਖਾ ਹੈ ਕਿ ਕਲਾਕਾਰਾਂ ਨੂੰ ਕਿਸੇ ਨਾ ਕਿਸੇ ਨਸ਼ੇ ਦੀ ਲੋੜ ਹੁੰਦੀ ਹੈ। ਜਿਹੜੇ ਨਸ਼ੇ ਦੇ ਪ੍ਰਭਾਵ ਅਧੀਨ ਕਲਾਤਮਕ ਕਾਰਜ ਕਰਦੇ ਹਨ, ਉਹਨਾਂ ਦੀ ਅਗੇਤੀ ਮੌਤ ਦਾ ਕਾਰਨ ਉਹਨਾਂ ਦਾ ਨਸ਼ਾ ਹੀ ਹੁੰਦਾ ਹੈ। ਸੋਹਣੀਆਂ ਇਸਤਰੀਆਂ ਵਿੱਚ ਚੁੱਪ ਰਹਿ ਕੇ ਆਪਣਾ ਪ੍ਰਭਾਵ ਪਾਉਣ ਦਾ ਹੁਨਰ ਹੁੰਦਾ ਹੈ। ਰੌਬਦਾਰ ਪੁਰਸ਼ਾਂ ਵਿੱਚ ਅਡੋਲ ਬੈਠਣ ਦੀ ਯੋਗਤਾ ਹੁੰਦੀ ਹੈ। ਜਵਾਨ ਇਕੱਲੀ ਔਰਤ ਨੂੰ ਆਪਣੀਆਂ ਭਾਵਨਾਵਾਂ ਅਤੇ ਸਰੀਰਕ ਤਾਂਘਾਂ ਪਰੇਸ਼ਾਨ ਕਰਨ ਲੱਗ ਪੈਂਦੀਆਂ ਹਨ। ਔਰਤ ਜਦੋਂ ਘਰੋਂ ਬਾਹਰ ਪੈਰ ਧਰਦੀ ਹੈ ਤਾਂ ਉਸ ਨੂੰ ਆਪਣੀ ਤਿਆਰੀ ਦੇ ਸੰਦਰਭ ਵਿੱਚ ਪਤਾ ਹੁੰਦਾ ਹੈ ਕਿ ਉਸ ਵੱਲ ਕੌਣ, ਕਿਤਨੇ, ਕਿਤਨਾ, ਕਿਵੇਂ, ਕਿਹੋ ਜਿਹਾ ਧਿਆਨ ਦੇਣਗੇ। ਕਿਸੇ ਪੁਰਸ਼ ਨਾਲ ਗੱਲ ਕਰਨ ਤੋਂ ਪਹਿਲਾਂ ਤਜਰਬੇਕਾਰ ਇਸਤਰੀ ਉਸ ਬਾਰੇ ਅਨੁਮਾਨ ਲਾ ਲੈਂਦੀ ਹੈ ਕਿ ਉਹ ਉਸ ਨੂੰ ਵੇਖੇਗਾ ਕਿਤਨਾ ਅਤੇ ਸੁਣੇਗਾ ਕਿਵੇਂ। ਇਸ ਅਨੁਮਾਨ ਅਨੁਸਾਰ ਉਹ ਆਪਣਾ ਪੈਂਤੜਾ ਸਿਰਜਦੀ ਹੈ।
ਕਈ ਮੁਸਕਰਾਉਣ ਦੇ ਯਤਨ ਵਿੱਚ ਹੋਰ ਕੋਝੇ ਲੱਗਦੇ ਹਨ ਅਤੇ ਧਿਆਨ ਨਾਲ ਵੇਖਣਾ ਪੈਂਦਾ ਹੈ ਕਿ ਕਿਧਰੇ ਰੋ ਤਾਂ ਨਹੀਂ ਰਹੇ। ਫੈਲ ਰਹੀਆਂ ਅਤੇ ਫੈਲੀਆਂ ਹੋਈਆਂ ਅਫਵਾਹਾਂ ਵਿੱਚ ਹਰ ਕੋਈ ਆਪਣੇ ਵੱਲੋਂ ਨਵੇਂ ਵੇਰਵੇ ਜੋੜਨ ਲੱਗ ਪੈਂਦਾ ਹੈ। ਜਿਹੜੀ ਕੌਮ ਵਿੱਚ ਅਨੁਸ਼ਾਸਨ ਹੋਵੇਗਾ, ਉਸ ਕੌਮ ਦਾ ਰੋਹਬ ਹੋਵੇਗਾ। ਨਵੀਆਂ ਅਫਵਾਹਾਂ ਪੁਰਾਣੀਆਂ ਅਫਵਾਹਾਂ ਨੂੰ ਬੇਦਖਲ ਕਰ ਦਿੰਦੀਆਂ ਹਨ। ਹਾਰੇ ਹੋਏ ਦੇਸ਼ ਦੀ ਕਰੰਸੀ ਵੀ ਜੇਤੂ ਦੇਸ਼ ਦੀ ਕਰੰਸੀ ਤੋਂ ਹਾਰ ਜਾਂਦੀ ਹੈ। ਦੇਸ਼ ਵਾਸੀਆਂ ਲਈ ਚੀਜ਼ਾਂ ਮਹਿੰਗੀਆਂ ਅਤੇ ਜੇਤੂਆਂ ਲਈ ਵਸਤਾਂ ਸਸਤੀਆਂ ਹੋ ਜਾਂਦੀਆਂ ਹਨ। ਫੈਸ਼ਨ ਵਿੱਚ ਕੱਪੜਾ ਨਹੀਂ, ਕੱਪੜੇ ਦੀ ਕਾਟ ਮਹੱਤਵਪੂਰਨ ਹੁੰਦੀ ਹੈ। ਇਸਤਰੀ ਅਕਸਰ ਝਟਪਟ ਫੈਸਲਾ ਕਰਨ ਵਾਲੇ ਪੁਰਸ਼ ਨੂੰ ਪਸੰਦ ਕਰਦੀ ਹੈ। ਸੋਚਦੇ ਰਹਿਣ ਵਾਲੇ ਬੰਦੇ ਨਾਲੋਂ ਉਹ ਆਪਣੇ ਆਪ ਨੂੰ ਵਧੇਰੇ ਯੋਗ ਸਮਝਦੀ ਹੈ। ਜਿਸ ਨਾਲ ਦਿਲ ਨਾਰਾਜ਼ ਹੋਵੇ, ਉਸ ਪ੍ਰਤੀ ਕਰਤੱਵ ਨਹੀਂ ਪਾਲਿਆ ਜਾਂਦਾ। ਅੱਲ ਜਾਂ ਛੇੜ ਵਿਅਕਤੀ ਨਾਲ ਪੂਰੀ ਤਰ੍ਹਾਂ ਜੁੜ ਜਾਂਦੀ ਹੈ ਅਤੇ ਇਹ ਜਿਤਨੀ ਕੋਝੀ ਹੁੰਦੀ ਹੈ, ਉਤਨੀ ਵੱਧ ਚਿਪਕਦੀ ਹੈ। ਆਰਾਮ ਅਤੇ ਵਰਤ ਕਈ ਰੋਗਾਂ ਦਾ ਇਲਾਜ ਹੁੰਦੇ ਹਨ। ਜੋ ਦਿਲ ਲਾ ਕੇ ਸਿੱਖਿਆ ਹੁੰਦਾ ਹੈ, ਉਹ ਕਦੇ ਨਹੀਂ ਭੁੱਲਦਾ। ਮਿਥਿਹਾਸ ਧਰਮ ਨਹੀਂ ਹੁੰਦਾ। ਮਿਥਿਹਾਸ ਵਿੱਚ ਭਾਵਨਾ ਧਰਮ ਵਾਲੀ ਹੁੰਦੀ ਹੈ, ਪਰ ਮਿਥਿਹਾਸ ਧਰਮ ਦੀ ਪਹਿਲੀ ਅਵਸਥਾ ਹੁੰਦੀ ਹੈ। ਮਿਥਿਹਾਸ ਵਿੱਚੋਂ ਧਰਮ ਉਪਜਦਾ ਹੈ, ਜਿਵੇਂ ਹਿੰਦੂ ਧਰਮ ਉਪਜਿਆ ਹੈ। ਖੁੱਲ੍ਹ ਦੀ ਮੰਗ ਅਕਸਰ ਮਨਮਾਨੀ ਕਰਨ ਦਾ ਬਹਾਨਾ ਹੁੰਦੀ ਹੈ। ਜਦੋਂ ਕੋਈ ਵਿਦਿਆਰਥੀ ਕਿਸੇ ਵੱਡੇ ਅਹੁਦੇ ਤੇ ਲੱਗਦਾ ਹੈ ਤਾਂ ਕਈ ਕਹਿੰਦੇ ਹਨ, ਉਸ ਦੀ ਯੋਗਤਾ ਨੂੰ ਸਭ ਤੋਂ ਪਹਿਲਾਂ ਮੈਂ ਪਛਾਣਿਆ ਸੀ। ਕਾਹਲੀ ਨਾਲ ਕੀਤਾ ਵਿਆਹ ਅਕਸਰ ਦੋਹਾਂ ਨੂੰ ਰਾਸ ਨਹੀਂ ਆਉਂਦਾ। ਮੰਦ ਭਾਵਨਾ ਵਾਲੇ ਵਿਅਕਤੀ ਨੂੰ ਜ਼ਹਿਰ ਆਪ ਪੀਣਾ ਪੈਂਦਾ ਹੈ। ਸ਼ਾਂਤ ਅਵਸਥਾ ਵਿੱਚ ਉਪਜੇ ਵਿਚਾਰ ਵਿਹਾਰ ਦਾ ਭਾਗ ਬਣ ਜਾਂਦੇ ਹਨ। ਛੋਟੀ ਉਮਰ ਦੇ ਵਿਆਹ ਵਧੇਰੇ ਸਥਾਈ ਹੁੰਦੇ ਹਨ। ਪਛੜ ਕੇ ਕੀਤੇ ਵਿਆਹ ਲਾਪਰਵਾਹੀ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੀ ਉਮਰ ਦੇ ਵਿਆਹ ਵਿੱਚ ਕੁਝ ਵੀ ਸੱਜਰਾ ਨਹੀਂ ਹੁੰਦਾ, ਜਿਸ ਕਾਰਨ ਇਹ ਵਿਆਹ ਜਲਦੀ ਥੱਕ ਜਾਂਦੇ ਹਨ। ਰੁੱਝਿਆ ਹੋਇਆ ਵਿਅਕਤੀ ਨਾ ਪਰੇਸ਼ਾਨ ਹੁੰਦਾ ਹੈ, ਨਾ ਪਰੇਸ਼ਾਨ ਕਰਦਾ ਹੈ। ਅਸੀਂ ਜਿਉਂਦੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਹਾਂ। ਜੀਵਨ ਨੂੰ ਚੰਗਾ ਗਿਆਨ ਨਾਲ ਬਣਾਉਂਦੇ ਹਾਂ। ਰੌਣਕ ਸੱਭਿਆਚਾਰ ਨਾਲ ਭਰਦੇ ਹਾਂ। ਦਿਲਚਸਪੀ ਪਿਆਰ ਨਾਲ ਉਪਜਾਉਂਦੇ ਹਾਂ। ਜਦੋਂ ਕੋਈ ਕਹਿੰਦਾ ਹੈ ਕਿ ਉਹ ਪੂਰਨ ਭਾਂਤ ਨਿਰਪੱਖ ਹੈ ਅਤੇ ਉਹ ਕਿਸੇ ਪਾਰਟੀ ਨਾਲ ਨਹੀਂ, ਉਸ ਦਾ ਅਰਥ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਅਤੇ ਤੁਹਾਡੀ ਪਾਰਟੀ ਨਾਲ ਬਿਲਕੁਲ ਨਹੀਂ। ਪਰੇਸ਼ਾਨ ਹੋਣ ਦੀ ਇੱਛਾ ਹੈ, ਅਮੀਰ ਘਰ ਦੀ ਧੀ ਨਾਲ ਵਿਆਹ ਕਰਵਾਓ। ਸਰਸਰੀ ਨਜ਼ਰ ਨਾਲ ਪੜ੍ਹਿਆ ਫਿਲਾਸਫੀ ਸ਼ੰਕੇ ਉਪਜਾਉਂਦੀ ਹੈ। ਧਿਆਨ ਨਾਲ ਪੜ੍ਹਿਆ ਇਹ ਸ਼ੰਕੇ ਦੂਰ ਕਰਦੀ ਹੈ। ਖੁਦਕੁਸ਼ੀ ਕਰਕੇ ਪ੍ਰੇਮਿਕਾ ਤੋਂ ਵਿਛੜਨਾ ਉਤਨਾ ਦੁਖਦਾਈ ਨਹੀਂ ਹੁੰਦਾ, ਜਿਤਨਾ ਪ੍ਰੇਮਿਕਾ ਤੋਂ ਵਿਛੜ ਕੇ ਜਿਉਂਦੇ ਰਹਿਣਾ ਹੁੰਦਾ ਹੈ। ਖੁਦਕੁਸ਼ੀ ਕਰਨ ਵਾਲਿਆਂ ਨੂੰ ਭੰਡਣ ਦੀ ਨਹੀਂ, ਸਮਝਣ ਦੀ ਲੋੜ ਹੁੰਦੀ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਤੇ ਸ਼ੱਕ ਕਰਦੇ ਹਨ, ਉਹ ਬੱਚੇ ਸਿਆਣੇ ਨਹੀਂ, ਚਲਾਕ ਹੁੰਦੇ ਹਨ ਅਤੇ ਉਹ ਚਲਾਕੀ ਅਕਸਰ ਮਾਪਿਆਂ ਤੇ ਵਰਤਦੇ ਹਨ। ਹਮਦਰਦੀ ਦੇ ਭਾਵ ਚਿਹਰੇ ਨੂੰ ਨਰਮ ਬਣਾ ਦਿੰਦੇ ਹਨ, ਜਦੋਂ ਕਿ ਗੁੱਸੇ ਨਾਲ ਚਿਹਰਾ ਸਖਤ ਹੋ ਜਾਂਦਾ ਹੈ। 60 ਕੁ ਸਾਲ ਦੀ ਉਮਰ ਵਿੱਚ ਹਰ ਕੋਈ ਆਪਣਾ ਡਾਕਟਰ ਆਪ ਬਣ ਜਾਂਦਾ ਹੈ। ਯੋਗ ਵਿਅਕਤੀ ਉਹ ਹੁੰਦਾ ਹੈ ਜਿਹੜਾ ਆਪਣੇ ਤੋਂ ਵਧੇਰੇ ਯੋਗ ਵਿਅਕਤੀਆਂ ਤੋਂ ਭੈ ਨਹੀਂ ਖਾਂਦਾ, ਸਗੋਂ ਉਹਨਾਂ ਤੋਂ ਆਪਣੇ ਢੰਗ ਨਾਲ ਪ੍ਰੇਰਨਾ ਪ੍ਰਾਪਤ ਕਰਕੇ ਆਪਣੀ ਯੋਗਤਾ ਨੂੰ ਹੋਰ ਸੰਵਾਰਦਾ ਅਤੇ ਸੁਧਾਰਦਾ ਹੈ। ਮਨੁੱਖ ਨੇ ਖਾਣ ਪੀਣ ਦੀਆਂ ਆਪਣੀਆਂ ਵਿਗੜੀਆਂ ਆਦਤਾਂ ਨਾਲ ਬਿਮਾਰੀਆਂ ਵਧਾ ਹੀ ਨਹੀਂ ਲਈਆਂ, ਉਹਨਾਂ ਨੂੰ ਮਾਰੂ ਵੀ ਬਣਾ ਲਿਆ ਹੈ। ਝੁਰੜੀਆਂ ਦਾ ਇਲਾਜ ਨਿਮਰਤਾ ਹੁੰਦੀ ਹੈ। ਮਦਰ ਟਰੀਸਾ ਦੇ ਚਿਹਰੇ ਤੇ ਝੁਰੜੀਆਂ ਸਨ, ਪਰ ਵੇਖਦਾ ਕੌਣ ਸੀ, ਦਿਸਦੀਆਂ ਕਿਸ ਨੂੰ ਸਨ। ਖੁਸ਼ੀ ਅਤੇ ਮੌਜ ਮੇਲਾ ਜ਼ਿੰਦਗੀ ਵਿੱਚ ਰੌਣਕ ਭਰਦੇ ਹਨ, ਪਰ ਇਹਨਾਂ ਨੂੰ ਲਮਕਾਉਣ ਨਾਲ ਅਕੇਮਾ ਉਪਜਦਾ ਹੈ। ਮੰਗਵੇਂ ਵਿਚਾਰ ਮੰਗਵੇਂ ਪੈਸਿਆਂ ਵਾਂਗ ਸਾਡੀ ਹਰੇਕ ਲੋੜ ਪੂਰੀ ਨਹੀਂ ਕਰਦੇ।
ਜਿਨ੍ਹਾਂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਸੁਣਨ ਅਤੇ ਸਮਝਣ ਦਾ ਯਤਨ ਕਰੋ, ਉਹ ਬੜੇ ਪ੍ਰਸੰਨ ਹੋਣਗੇ। ਚਤੁਰ ਚਲਾਕ ਬਣਨ ਦਾ ਯਤਨ ਨਾ ਤੁਹਾਨੂੰ ਚਤੁਰ ਬਣਾਏਗਾ, ਨਾ ਚਲਾਕ ਹਾਸੋਹੀਣਾ ਜ਼ਰੂਰ ਬਣਾਏਗਾ। 40 ਕੁ ਸਾਲ ਦੀ ਉਮਰ ਵਿੱਚ ਮੂਰਖਾਂ ਦੇ ਮੂਰਖ ਅਤੇ ਸਿਆਣਿਆਂ ਦੇ ਸਿਆਣੇ ਹੋਣ ਸੰਬੰਧੀ ਸਭ ਭੁਲੇਖੇ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ। ਆਪਣੇ ਅਹੁਦੇ ਦੀ ਜ਼ਿੰਮੇਵਾਰੀ ਸਮਝਣ ਦੀ ਥਾਂ ਉਸ ਨੇ ਬੇਲੋੜਾ ਮਾਣ ਕਰਨ ਵਾਲਾ ਅਤੇ ਹਰ ਕਿਸੇ ਕੋਲ ਆਪਣੇ ਅਹੁਦੇ ਦਾ ਮਹੱਤਵ ਦਰਸਾਉਣ ਵਾਲਾ ਸਾਬਤ ਕਰ ਦਿੰਦਾ ਹੈ ਕਿ ਉਹ ਉਸ ਅਹੁਦੇ ਦੇ ਯੋਗ ਨਹੀਂ ਹੈ। ਜਦੋਂ ਕਈਆਂ ਨਾਲ ਕਈ ਵੱਡੇ ਵੱਡੇ ਅਤੇ ਮਹਿੰਗੇ ਵਾਅਦੇ ਕੀਤੇ ਹੋਣ ਤਾਂ ਯਾਦ ਸ਼ਕਤੀ ਦਾ ਕਮਜ਼ੋਰ ਹੋ ਜਾਣਾ ਸੁਭਾਵਿਕ ਹੁੰਦਾ ਹੈ। ਅਫਵਾਹ ਦਾ ਉਦੇਸ਼ ਕਿਸੇ ਨੂੰ ਮਾਰਨਾ ਨਹੀਂ, ਬਦਨਾਮ ਕਰਨਾ ਹੁੰਦਾ ਹੈ। ਇਸਤਰੀ ਸੰਬੰਧੀ ਅਫਵਾਹਾਂ ਜਲਦੀ ਫੈਲਦੀਆਂ ਹਨ ਅਤੇ ਇਹਨਾਂ ਨੂੰ ਫੈਲਾਉਂਦੀਆਂ ਵੀ ਵਧੇਰੇ ਕਰਕੇ ਇਸਤਰੀਆਂ ਹਨ। ਨਾਰਾਜ਼ਗੀ ਵੀ ਗੁੱਸੇ ਦੀ ਇੱਕ ਕਿਸਮ ਹੁੰਦੀ ਹੈ। ਇਮਾਨਦਾਰ ਸੰਤ ਹੋਣ ਦਾ ਨਾਟਕ ਨਹੀਂ ਕਰਦੇ। ਜਦੋਂ ਕਿਸੇ ਹਾਕਮ ਤੇ ਨਿਮਰਤਾ ਵਿਖਾਉਣੀ ਹੋਵੇ ਤਾਂ ਉਹ ਸਮਾਗਮ ਵਿੱਚ ਵਕਤ ਸਿਰ ਪਹੁੰਚਦਾ ਹੈ। ਜਦੋਂ ਕਿਸੇ ਹਾਕਮ ਨੇ ਨਿਮਰਤਾ ਵਿਖਾਉਣੀ ਹੋਵੇ ਤਾਂ ਉਹ ਸਮਾਗਮ ਵਿੱਚ ਵਕਤ ਸਿਰ ਪਹੁੰਚਦਾ ਹੈ। ਅਨਪੜ੍ਹ ਅਤੇ ਪੜ੍ਹੇ ਲਿਖੇ ਵਿਅਕਤੀ ਵਿਚਕਾਰ ਕਾਗਜ਼ ਦੀ ਕੰਧ ਹੁੰਦੀ ਹੈ, ਲਿਖੇ ਛਪੇ ਹੋਏ ਕਾਗਜ਼ ਦੀ ਕੰਧ। ਜਿਹੜਾ ਕਿਸਮਤ ਨੂੰ ਉਡੀਕਦਾ ਹੈ ਉਸ ਨੂੰ ਕੋਈ ਨਹੀਂ ਉਡੀਕਦਾ। ਜਿਹੜਾ ਹਰ ਗੱਲ ਵਿੱਚੋਂ ਲਾਭ ਕਮਾਉਣ ਬਾਰੇ ਹੀ ਸੋਚਦਾ ਹੈ, ਸੰਸਾਰ ਨੂੰ ਉਸ ਦੇ ਚਲਾਣੇ ਵਾਲੇ ਦਿਨ ਬੜਾ ਲਾਭ ਹੁੰਦਾ ਹੈ। ਖੇਡ ਦੇ ਨਿਯਮਾਂ ਨਾਲ ਲੜੇ ਆਰਥਿਕ ਯੁੱਧ ਨੂੰ ਵਪਾਰ ਕਹਿੰਦੇ ਹਨ। ਵਪਾਰ ਵਿੱਚ ਵਿਹਾਰ ਖੇਡ ਵਾਲਾ ਅਤੇ ਪੈਂਤੜੇ ਯੁੱਧ ਵਾਲੇ ਵਰਤੇ ਜਾਂਦੇ ਹਨ। ਪੁਰਸ਼ ਦੀਆਂ ਸੌਹਾਂ ਅਤੇ ਨਾਰੀ ਦੇ ਲਾਰਿਆਂ ਦਾ ਅਸਰ ਇੱਕੋ ਜਿਹਾ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੀ ਸੋਚ ਸੁਤੰਤਰ ਹੋਵੇ, ਪਰ ਸੁਤੰਤਰ ਸੋਚ ਵਾਲੀ ਸੰਤਾਨ ਨਾਲ ਰਹਿਣਾ ਕਦੇ ਵੀ ਸੌਖਾ ਨਹੀਂ ਹੁੰਦਾ। ਸਿਆਣਪ ਭਰਮ ਟੁੱਟਣ ਨਾਲ ਵੀ ਉਪਜਦੀ ਹੈ। ਹੁਣ ਇਲੈਕਟ੍ਰੋਨਿਕ ਯੰਤਰਾਂ ਨਾਲ ਹਰ ਕੋਈ ਅਲੀ ਬਾਬਾ ਬਣ ਗਿਆ ਹੈ। ਪਿਓ ਪੁੱਤਰ ਵਿਚਕਾਰਲੀ ਜ਼ਮਾਨੇ ਦੀ ਵਿੱਥ ਦਿਸਦੀ ਨਹੀਂ, ਦਾਦੇ ਪੋਤੇ ਵਿਚਕਾਰਲਾ ਵਖਰੇਵਾਂ ਲੁਕਦਾ ਨਹੀਂ। ਭਾਰਤ ਵਿੱਚ ਪ੍ਰਜਾਤੰਤਰ ਇਤਨਾ ਕੁ ਸ਼ਕਤੀਸ਼ਾਲੀ ਹੋ ਗਿਆ ਹੈ ਕਿ ਹੁਣ ਇਹ ਨਾ ਕਿਸੇ ਤਾਨਾਸ਼ਾਹ ਨੂੰ ਝੱਲੇਗਾ, ਨਾ ਹੀ ਕੋਈ ਬਾਦਸ਼ਾਹ ਬਣਨ ਦੀ ਹਿੰਮਤ ਕਰੇਗਾ। ਭਾਰਤ ਦੀ ਵਿਸ਼ਾਲਤਾ ਕਾਰਨ ਇੱਥੇ ਫੌਜੀ ਹਕੂਮਤ ਦੀ ਕੋਈ ਸੰਭਾਵਨਾ ਨਹੀਂ। ਹਿੰਮਤੀ ਬਣੋ, ਕਿਉਂਕਿ ਕਮਜ਼ੋਰਾਂ ਦੀ ਤਾਂ ਕਿਧਰੇ ਵਾਰੀ ਹੀ ਨਹੀਂ ਆਉਂਦੀ। ਜਵਾਨਾਂ ਕੋਲ ਅਕਲ ਦੀ ਘਾਟ ਨਹੀਂ ਹੁੰਦੀ, ਗਿਆਨ ਦੀ ਥੁੜ ਹੁੰਦੀ ਹੈ। ਕੁਦਰਤ ਮੌਸਮ ਰਾਹੀਂ ਸਾਡੇ ਜੀਵਨ ਵਿੱਚ ਦਖਲ ਦਿੰਦੀ ਰਹਿੰਦੀ ਹੈ। ਜੇ ਹੱਥ ਵਿੱਚ ਲੱਡੂ ਹੋਵੇ ਤਾਂ ਮੂੰਹ ਲੱਭਣਾ ਨਹੀਂ ਪੈਂਦਾ। ਜੇ ਪੁਰਾਣੇ ਗਿਆਨ ਨੂੰ ਸੋਧ ਸੰਵਾਰ ਕੇ ਸਮੇਂ ਦੇ ਹਾਣ ਦਾ ਬਣਾਇਆ ਜਾਵੇ, ਉਹ ਪੁਰਾਣਾ ਹੋਣ ਦੇ ਬਾਵਜੂਦ ਲਾਭਕਾਰੀ ਬਣਿਆ ਰਹਿੰਦਾ ਹੈ। ਵਿਕਾਸ ਦਾ ਅਰਥ ਜਨ ਸਮੂਹ ਦੀ ਸਮੁੱਚੀ ਜ਼ਿੰਦਗੀ ਦਾ ਕਾਇਆਕਲਪ ਕਰਨਾ ਹੁੰਦਾ ਹੈ, ਕੇਵਲ ਆਰਥਿਕ ਸਥਿਤੀ ਸੁਧਾਰਨਾ ਨਹੀਂ। ਆਦਰਸ਼ਵਾਦੀ ਫ਼ਲਸਫ਼ੇ ਦਾ ਨਿਰਮਾਤਾ ਪਲੈਟੋ ਸੀ। ਇਹ ਫ਼ਲਸਫ਼ਾ ਇਤਨਾ ਸ਼ਕਤੀਸ਼ਾਲੀ ਹੈ ਕਿ ਅੱਜ ਵੀ ਯਥਾਰਥ ਇਸ ਦੇ ਸਾਹਮਣੇ ਝਿਜਕਦਾ ਹੈ। ਮਨੁੱਖੀ ਚਿੰਤਨ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲਾਹੇਵੰਦ ਵਾਧਾ ਉਦੋਂ ਹੁੰਦਾ ਹੈ ਜਦੋਂ ਚਿੰਤਨ ਦੀਆਂ ਵੱਖ-ਵੱਖ ਪ੍ਰਣਾਲੀਆਂ ਟਕਰਾਉਣ ਉਪਰੰਤ ਆਪਸ ਵਿੱਚ ਘੁਲ ਮਿਲ ਜਾਂਦੀਆਂ ਹਨ। ਗਲੀਲੀਓ ਪਹਿਲਾ ਸੀ ਜਿਸ ਨੇ ਪ੍ਰਤੱਖ ਅਨੁਭਵ ਨੂੰ ਗਣਿਤ ਨਾਲ ਜੋੜ ਕੇ ਫਾਰਮੂਲੇ ਘੜੇ। ਇਵੇਂ ਉਹ ਆਧੁਨਿਕ ਵਿਗਿਆਨ ਦਾ ਪਿਤਾਮਾ ਸੀ। ਸੰਸਾਰ ਵਿੱਚ ਤੁਸੀਂ ਇੱਕ ਹੀ ਹੋ, ਬਾਕੀ ਸਾਰੇ ਉਹ ਹਨ। ਬੇਚੈਨੀ ਵਿੱਚ ਸਾਰੀਆਂ ਵਸਤਾਂ ਖਿੰਡਰੀਆਂ ਪੁੰਡਰੀਆਂ ਲੱਗਦੀਆਂ ਹਨ। ਜਦੋਂ ਮਨ ਸ਼ਾਂਤ ਹੋਵੇ ਇਹਨਾਂ ਵਿੱਚੋਂ ਵੰਨ ਸੁਵੰਨਤਾ ਨਜ਼ਰ ਆਉਂਦੀ ਹੈ। ਬੁੱਧ ਮਤ ਦੀ ਦਿਲਚਸਪੀ ਇਹ ਜਾਣਨ ਵਿੱਚ ਨਹੀਂ ਕਿ ਸੰਸਾਰ ਕਿਵੇਂ ਬਣਿਆ। ਬੁੱਧ ਮਤ ਮਨੁੱਖ ਦੇ ਮਨ ਦੀ ਹਾਲਤ ਬਾਰੇ ਚਿੰਤਿਤ ਹੈ। ਇਹ ਮਨੁੱਖ ਦੇ ਦੁੱਖਾਂ ਅਤੇ ਨਿਰਾਸ਼ਤਾਵਾਂ ਨਾਲ ਸੰਬੰਧਿਤ ਹੈ। ਜਵਾਨ ਤੇਜ਼ ਤੁਰਦੇ ਹਨ, ਪਰ ਰਸਤਾ ਬਜ਼ੁਰਗਾਂ ਨੂੰ ਪਤਾ ਹੁੰਦਾ ਹੈ। ਸਿਆਣੇ ਸ਼ਕਤੀਸ਼ਾਲੀ ਹੁੰਦੇ ਹਨ, ਉਹਨਾਂ ਕੋਲ ਸਿਆਣਪ ਦੀ ਸ਼ਕਤੀ ਹੁੰਦੀ ਹੈ।
ਚੰਗੀਆਂ ਆਦਤਾਂ ਨਾਲ 4 ਚੀਜ਼ਾਂ ਵੱਧਦੀਆਂ ਹਨ: ਉਮਰ, ਸੁੰਦਰਤਾ, ਪ੍ਰਸੰਨਤਾ ਅਤੇ ਸ਼ਕਤੀ। ਚੰਗੀਆਂ ਆਦਤਾਂ ਨਾਲ 4 ਚੀਜ਼ਾਂ ਵੱਧਦੀਆਂ ਹਨ: ਉਮਰ, ਸੁੰਦਰਤਾ, ਪ੍ਰਸੰਨਤਾ ਅਤੇ ਸ਼ਕਤੀ। ਮਨੁੱਖੀ ਮਨ 2 ਪ੍ਰਕਾਰ ਦਾ ਗਿਆਨ ਪ੍ਰਾਪਤ ਕਰਨ ਦੇ ਸਮਰੱਥ ਹੈ: ਤਰਕਸ਼ੀਲ ਗਿਆਨ ਅਤੇ ਭਾਵਕ ਗਿਆਨ। ਪਹਿਲੇ ਨੂੰ ਵਿਗਿਆਨ ਅਤੇ ਦੂਜੇ ਨੂੰ ਧਰਮ ਨਾਲ ਜੋੜਿਆ ਜਾਂਦਾ ਹੈ। ਉਹਨਾਂ ਸਿਆਣਿਆਂ ਨੂੰ ਮਿਲੋ ਜਿਹੜੇ ਆਪਣੀ ਉਮਰ ਲੁਕਾਉਣ ਦਾ ਕੋਈ ਕਿਸੇ ਪ੍ਰਕਾਰ ਦਾ ਯਤਨ ਨਹੀਂ ਕਰਦੇ। ਭਗਵਤ ਗੀਤਾ ਉਪਜੀ ਯੁੱਧ ਦੇ ਮੈਦਾਨ ਵਿੱਚ ਸੀ, ਪਰ ਇਹ ਮਨੁੱਖ ਅੰਦਰ ਚੱਲਦੇ ਅੰਤਰੀਵ ਯੁੱਧ ਨੂੰ ਸ਼ਾਂਤ ਕਰਦੀ ਹੈ। ਬਜ਼ੁਰਗਾਂ ਦਾ ਸਤਿਕਾਰ ਘਟਿਆ ਹੈ, ਪਰ ਜਵਾਨਾਂ ਦਾ ਵਧਿਆ ਨਹੀਂ। ਜਦੋਂ ਪਤਾ ਨਾ ਹੋਵੇ ਕਿ ਕੀ ਹੋਵੇਗਾ, ਉਦੋਂ ਪਤਾ ਨਹੀਂ ਲੱਗਦਾ ਕਿ ਕੀ ਕਰੀਏ। ਕੁਦਰਤ ਨੇ ਜੀਵਨ ਦੀ ਰੱਖਿਆ ਲਈ ਵਾਧੂ ਪ੍ਰਬੰਧ ਕੀਤੇ ਹੋਏ ਹਨ। ਇੱਕ ਗੁਰਦਾ ਵਾਧੂ ਲਾਇਆ ਹੋਇਆ ਹੈ, ਇੱਕ ਫੇਫੜਾ ਵਾਧੂ ਦਿੱਤਾ ਹੋਇਆ ਹੈ, ਵਾਧੂ ਦੰਦ ਦਿੱਤੇ ਹੋਏ ਹਨ। ਜੋ ਇੱਕ ਤੋਂ ਵਧੇਰੇ ਹੈ, ਉਸ ਵਿੱਚ ਦੂਜਾ ਵਾਧੂ ਹੈ। ਉਹ ਬਜ਼ੁਰਗ ਕਿਸਮਤ ਵਾਲੇ ਹੁੰਦੇ ਹਨ ਜਿਹੜੇ ਚੱਲਦੇ ਫਿਰਦੇ ਇੱਕ ਦਿਨ ਅਚਾਨਕ ਸੰਸਾਰ ਨੂੰ ਫਤਿਹ ਬੁਲਾ ਜਾਂਦੇ ਹਨ। ਮਹੱਤਵਪੂਰਨ ਅਨੁਭਵ ਉਹ ਹੁੰਦਾ ਹੈ ਜਿਹੜਾ ਸੰਸਾਰ ਨੂੰ ਵੇਖਣ ਸਮਝਣ ਦਾ ਸਾਡਾ ਢੰਗ ਬਦਲ ਦੇਵੇ। ਬਜ਼ੁਰਗ ਸ਼ਿਕਾਇਤਾਂ ਨਹੀਂ ਕਰਦੇ, ਗੁੱਸੇ ਨਹੀਂ ਹੁੰਦੇ, ਚੁੱਪ ਹੋ ਜਾਂਦੇ ਹਨ। ਉਹਨਾਂ ਦਾ ਚੁੱਪ ਹੋ ਜਾਣਾ ਉਹਨਾਂ ਦੀ ਤਕਲੀਫ ਦੀ ਅਲਾਮਤ ਹੁੰਦੀ ਹੈ। ਬੁਢਾਪੇ ਵਿੱਚ ਇੱਕ ਦੂਜੇ ਦੀਆਂ ਗਲਤੀਆਂ ਮੁਆਫ਼ ਕਰਨ, ਨੁਕਸ ਨਜ਼ਰ ਅੰਦਾਜ਼ ਕਰਨ ਅਤੇ ਵਧੀਕੀਆਂ ਭੁੱਲਣ ਦੀ ਸ਼ਕਤੀ ਉਮਰ ਨੂੰ ਵਧਾਉਂਦੀ ਹੈ। ਆਮ ਕਰਕੇ ਮਨ ਨਾਲੋਂ ਸਰੀਰ ਪਹਿਲਾਂ ਬੁੱਢਾ ਹੁੰਦਾ ਹੈ। 97 ਸਾਲਾਂ ਦਾ ਦੌੜਦਾ ਹੋਇਆ ਫੌਜਾ ਸਿੰਘ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਉਸ ਦਾ ਦੌੜਨਾ ਸਾਨੂੰ ਵੀ ਲੰਮੀ ਉਮਰ ਦੀ ਧਰਵਾਸ ਦਿੰਦਾ ਹੈ। ਜਦੋਂ ਪਿਆਰਾ ਗੁਜ਼ਰ ਜਾਵੇ, ਕੋਈ ਵੀ ਦਿਲਾਸਾ ਤਸੱਲੀ ਨਹੀਂ ਦਿੰਦਾ। ਪੁੱਤਰ ਦਾ ਕੱਦ ਪਿਤਾ ਨਾਲੋਂ ਲੰਬਾ ਹੋਵੇ, ਮਾਂ ਦਾ ਮਾਣ ਵੱਧ ਜਾਂਦਾ ਹੈ। 40 ਦੀ ਉਮਰ ਤੇ ਜਵਾਨੀ ਮੈਲੀ ਹੋਣ ਲੱਗ ਪੈਂਦੀ ਹੈ। ਪਿਆਰ ਪਿਆਰ ਹੁੰਦਾ ਹੈ। ਪਿਆਰ ਨੂੰ ਕੀ ਨਾਂ ਦੇਈਏ? ਨਾ ਕੋਈ ਦਿਓ, ਪਰ ਢੁਕਦਾ ਪਿਆਰ ਹੀ ਹੈ। ਜਦੋਂ ਭਾਰ ਘਟਾਉਣ ਦਾ ਯਤਨ ਕਰੋਗੇ, ਉਸ ਵੇਲੇ ਮੋਟਾ ਕਰਨ ਵਾਲੀਆਂ ਚੀਜ਼ਾਂ ਖਾਣ ਨੂੰ ਮਨ ਕਰੇਗਾ। ਭੁੱਖ ਤਰਲੇ ਮਾਰੇਗੀ। ਪਤਾ ਲੱਗੇਗਾ ਕਿ ਕੋਈ ਮਹੱਤਵਪੂਰਨ ਕਾਰਜ ਕਰਨਾ ਸੌਖਾ ਨਹੀਂ ਹੁੰਦਾ। ਵੱਡੇ ਮਹਿੰਗੇ ਹਸਪਤਾਲ ਜਾਓਗੇ, ਡਾਕਟਰ ਹਰ ਕੀਮਤ ਤੇ ਤੁਹਾਨੂੰ ਜਿਉਂਦਾ ਰੱਖਣਗੇ, ਪਰ ਜੀਣ ਨਹੀਂ ਦੇਣਗੇ। ਜਵਾਨੀ ਵਿੱਚ ਸਿਖਾਇਆ ਜਾਂਦਾ ਹੈ ਕਿ ਕਿਸੇ ਹੱਦ ਜਾਂ ਰੁਕਾਵਟ ਨੂੰ ਪ੍ਰਵਾਨ ਨਹੀਂ ਕਰਨਾ। ਬੁਢਾਪੇ ਵਿੱਚ ਸਿੱਖਿਆ ਜਾਂਦਾ ਹੈ ਕਿ ਹਰ ਚੀਜ਼ ਦੀ ਹੱਦ ਹੁੰਦੀ ਹੈ ਅਤੇ ਹੱਦ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ। ਅਕੇਮਾ, ਇਕੱਲਤਾ ਅਤੇ ਵਿਜੋਗਿਆਪਣ ਬੁਢਾਪੇ ਦੀਆਂ ਸ਼ਿਕਾਇਤਾਂ ਹਨ। ਇੱਕ ਛੋਟਾ ਕੁੱਤਾ ਪਾਲੋ, ਇਹ ਤਿੰਨੇ ਹੱਲ ਹੋ ਜਾਣਗੀਆਂ। ਮਨੁੱਖ ਨੂੰ ਕੁਝ ਮੁਸ਼ਕਿਲਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਬਿਨਾਂ ਨਾ ਵਿਕਾਸ ਵਾਪਰਦਾ ਹੈ, ਨਾ ਕਿਸੇ ਖੇਤਰ ਵਿੱਚ ਸਫਲਤਾ ਮਿਲਦੀ ਹੈ। ਪ੍ਰਸ਼ਨ ਇਹ ਨਹੀਂ ਕਿ ਤੁਸੀਂ ਰੁੱਝੇ ਹੋਏ ਹੋ, ਪ੍ਰਸ਼ਨ ਇਹ ਹੈ ਕਿ ਤੁਸੀਂ ਕਿਹਨਾਂ ਕਾਰਜਾਂ ਵਿੱਚ ਰੁੱਝੇ ਹੋਏ ਹੋ। ਸ਼ਹਿਦ ਦੀ ਮੱਖੀ ਅਤੇ ਮੱਛਰ ਵੀ ਰੁੱਝੇ ਹੁੰਦੇ ਹਨ। ਸ਼ਹਿਦ ਦੀ ਮੱਖੀ ਦੀ ਪ੍ਰਸ਼ੰਸਾ ਹੁੰਦੀ ਹੈ, ਮੱਛਰ ਨੂੰ ਹਰ ਕੋਈ ਮਾਰਦਾ ਹੀ ਹੈ। ਜਦੋਂ ਕੋਈ ਵਿਚਾਰ ਅਤੇ ਉਦੇਸ਼ ਤੁਹਾਡੇ ਦਿਲ ਦਿਮਾਗ ਨੂੰ ਮੱਲ ਲਵੇ, ਉਹ ਯਥਾਰਥ ਬਣ ਜਾਵੇਗਾ। ਤੁਸੀਂ ਕਿਤਨੀਆਂ ਹੀ ਮੁਸ਼ਕਲਾਂ ਬਰਦਾਸ਼ਤ ਕੀਤੀਆਂ ਹੋਣ, ਤੁਹਾਨੂੰ ਤੁਹਾਡੇ ਨਾਲੋਂ ਵਡੇਰੀਆਂ ਮੁਸ਼ਕਲਾਂ ਬਰਦਾਸ਼ਤ ਕਰਨ ਵਾਲੇ ਜ਼ਰੂਰ ਮਿਲਣਗੇ। ਚੁੱਪ ਰਹਿਣਾ ਸਿੱਖੋ, ਤੁਹਾਨੂੰ ਆਪਣੇ ਵਿਚਾਰ ਸੁਣਨ ਦੀ ਜਾਂਚ ਆ ਜਾਵੇਗੀ। ਪਿਆਰ ਬਾਰੇ ਹਰ ਕਿਸੇ ਕੋਲ ਕਈ ਪ੍ਰਸ਼ਨ ਹੁੰਦੇ ਹਨ, ਜਿਨ੍ਹਾਂ ਦੇ ਉੱਤਰ ਜਾਣ ਕੇ ਉਹ ਪਿਆਰ ਵਿੱਚ ਸਫਲ ਹੋਣਾ ਹੀ ਨਹੀਂ, ਮਾਹਿਰ ਵੀ ਬਣਨਾ ਚਾਹੁੰਦਾ ਹੈ। ਫਿਲਾਸਫਰ ਪਿਆਰ ਵਿੱਚ ਅਸਫਲ ਹੀ ਹੁੰਦੇ ਹਨ। ਇੱਕੋ ਵੇਲੇ ਫਿਲਾਸਫਰ ਅਤੇ ਪ੍ਰੇਮੀ ਹੋਣਾ ਅਸੰਭਵ ਹੁੰਦਾ ਹੈ। ਜਾਪਾਨ ਦੇ ਜੈਨ ਫ਼ਲਸਫ਼ੇ ਅਨੁਸਾਰ ਜੋ ਬੋਲਦਾ ਹੈ ਉਹ ਜਾਣਦਾ ਨਹੀਂ, ਜੋ ਜਾਣਦਾ ਹੈ ਉਹ ਬੋਲਦਾ ਨਹੀਂ।
ਵਿਗਿਆਨ ਦਾ ਵਤੀਰਾ ਤਾਰਕਿਕ ਮਰਦਾਵਾਂ ਅਤੇ ਪ੍ਰਤੱਖ ਹੁੰਦਾ ਹੈ, ਜਦੋਂ ਕਿ ਧਰਮ ਦਾ ਵਤੀਰਾ ਭਾਵਕ, ਗੁੱਝਾ ਅਤੇ ਮਮਤਾਮਈ ਹੁੰਦਾ ਹੈ। ਗਿਆਨ ਸਾਨੂੰ ਇੱਕ ਪੜਾਅ ਤੱਕ ਹੀ ਲੈ ਜਾ ਸਕਦਾ ਹੈ, ਉਸ ਤੋਂ ਅਗਲਾ ਮਾਰਗ ਪਿਆਰ, ਸ਼ਰਧਾ ਅਤੇ ਅਰਪਣ ਵਾਲਾ ਹੁੰਦਾ ਹੈ। ਧਰਤੀ ਨਹੀਂ ਬਦਲਦੀ, ਮਨੁੱਖ ਬਦਲਦੇ ਰਹਿੰਦੇ ਹਨ, ਜਿਸ ਕਾਰਨ ਸਾਨੂੰ ਸਦੀਆਂ ਪਹਿਲਾਂ ਦੀਆਂ ਗੱਲਾਂ ਵੀ ਸਮਝ ਆਉਂਦੀਆਂ ਹਨ। ਜਵਾਨੀ ਵਿੱਚ ਜੇ ਕਿਸੇ ਨਾਲ ਪਿਆਰ ਨਾ ਚੱਲ ਰਿਹਾ ਹੋਵੇ ਤਾਂ ਵਿਅਕਤੀ ਨੂੰ ਭਾਵਕ ਪੱਖੋਂ ਬੇਰੁਜ਼ਗਾਰੀ ਦਾ ਅਹਿਸਾਸ ਹੁੰਦਾ ਹੈ। ਲੜਕੇ ਦੀ ਦ੍ਰਿਸ਼ਟੀ ਵਿੱਚ ਕਿਸੇ ਹਾਣੀ ਪੁਰਸ਼ ਵਿੱਚ ਹੀ ਸਾਰੇ ਗੁਣ ਹੁੰਦੇ ਹਨ, ਪਰ ਇੱਕ ਵੱਡਾ ਨੁਕਸ ਹੁੰਦਾ ਹੈ ਕਿ ਉਹ ਪਹਿਲਾਂ ਹੀ ਵਿਆਹਿਆ ਹੁੰਦਾ ਹੈ। ਫਿਲਾਸਫਰਾਂ ਨੇ ਸਦਾ ਸਿਆਣੀਆਂ ਗੱਲਾਂ ਹੀ ਨਹੀਂ ਕੀਤੀਆਂ, ਪਰ ਸੰਸਾਰ ਨੇ ਉਹਨਾਂ ਦੀਆਂ ਮੂਰਖਤਾਵਾਂ ਨੂੰ ਭੁਲਾ ਦਿੱਤਾ ਹੁੰਦਾ ਹੈ। ਜਦੋਂ ਵਿਆਹ ਕਰਵਾਉਣਾ ਅਤੇ ਤਲਾਕ ਲੈਣਾ ਦੇਣਾ ਸੌਖਾ ਹੋ ਜਾਵੇਗਾ ਤਾਂ ਲੋਕ ਸੰਜੋਗਾਂ ਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਣਗੇ। ਜੋ ਪ੍ਰਸੰਨ ਹੀ ਕਰੇ ਉਹ ਪਿਆਰ ਨਹੀਂ ਹੁੰਦਾ, ਪਿਆਰ ਪਰੇਸ਼ਾਨ ਵੀ ਕਰਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।